ਹੈਲੋ ਡੀਅਰ ਸਟੂਡੈਂਟ, ਪਹਿਲਾਂ ਅਸੀਂ ਗੁਰਦਿਆਲ ਸਿੰਘ ਜੀ ਦੀ ਰਚਨਾ ਨਾਵਲ ਮੜੀ ਦਾ ਦੀਵਾ ਦੇ ਕਾਂਡ ਨੰਬਰ 14 ਤੇ ਪੇਜ ਨੰਬਰ 92 ਦੀ ਰੀਡਿੰਗ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਪੇਜ ਨੰਬਰ 93, 94 ਤੇ 95 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੇਜ ਨੰਬਰ 92 ਵਿੱਚ ਜੋ ਅਸੀਂ ਪੜ੍ਹ ਚੁੱਕੇ ਹਾਂ ਉਸ ਸੰਬੰਧੀ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ 14 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਨਾਵਲ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ, ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਕਾਂਡ ਦੇ ਆਰੰਭ ਵਿੱਚ ਅਸੀਂ ਪੜ੍ਹਦੇ ਹਾਂ ਕਿ ਰੌਣਕੀ ਜਦੋਂ ਜਗਸੀਰ ਦੇ ਘਰ ਤੋਂ ਤੜਕਸਾਰ ਉੱਠ ਕੇ ਆਪਣੀ ਕੋਠੜੀ ਵੱਲ ਜਾਣ ਲੱਗਦਾ ਹੈ ਤਾਂ ਉਸ ਸਮੇਂ ਉਹ ਜਗਸੀਰ ਨੂੰ ਚਾਹ ਪੀਣ ਲਈ ਆਪਣੀ ਕੋਠੜੀ ਵੱਲ ਆਉਣ ਲਈ ਆਖਦਾ ਹੈ ਤੇ ਨਾਲ ਹੀ ਉਸ ਨੂੰ ਦਵਾਈ ਬੂਟੀ ਭਾਵ ਅਫੀਮ ਬਾਰੇ ਵੀ ਪੁੱਛਦਾ ਹੈ। ਉਸ ਸਮੇਂ ਜਗਸੀਰ ਰੌਣਕੀ ਨੂੰ ਮੁਸਕਰਾਉਂਦੇ ਹੋਏ ਦੱਸਦਾ ਹੈ ਕਿ ਉਸ ਨੂੰ ਰਾਤ ਨੂੰ ਸੁਪਨਾ ਆਇਆ ਸੀ ਕਿ ਉਸ ਦੀ ਪਤਨੀ ਸੰਤੋ ਨੇ ਉਸ ਨੂੰ ਪੱਗ ਨਾਲ ਬੰਨ੍ਹ ਕੇ ਸ਼ਤੀਰ ਦੇ ਨਾਲ ਲਮਕਾਇਆ ਹੋਇਆ ਸੀ। ਇਹ ਸੁਣ ਕੇ ਰੌਣਕੀ ਜਗਸੀਰ ਦੀ ਗੱਲ ਨੂੰ ਹਾਸੇ ਵਿੱਚ ਟਾਲ ਦਿੰਦਾ ਹੈ ਅਤੇ ਆਪਣੀ ਕੋਠੜੀ ਵੱਲ ਚਲਾ ਜਾਂਦਾ ਹੈ। ਰੌਣਕੀ ਦੇ ਜਾਣ ਮਗਰੋਂ ਜਗਸੀਰ ਕਈ ਦਿਨਾਂ ਦੇ ਬੇਹੇ ਪਾਣੀ ਨਾਲ ਮੂੰਹ ਹੱਥ ਧੋ ਕੇ ਅਤੇ ਆਪਣਾ ਕਸੀਆ ਚੁੱਕ ਕੇ ਬਾਹਰ ਨੂੰ ਤੁਰ ਪੈਂਦਾ ਹੈ, ਪਰ ਘਰ ਤੋਂ ਬਾਹਰ ਨਿਕਲਦਿਆਂ ਹੀ ਠੰਡੀ ਹਵਾ ਦੇ ਬੁੱਲੇ ਕਾਰਨ ਉਸ ਨੂੰ ਕਾਂਬਾ ਛਿੜ ਜਾਂਦਾ ਹੈ ਤੇ ਜਦੋਂ ਉਹ ਰੌਣਕੀ ਦੀ ਕੋਠੜੀ ਕੋਲ ਪਹੁੰਚਦਾ ਹੈ ਤਾਂ ਕੋਠੜੀ ਅੰਦਰ ਅੱਗ ਮੱਚਦੀ ਵੇਖ ਕੇ ਉਸ ਦਾ ਚਿੱਤ ਵੀ ਅੱਗ ਸੇਕਣ ਨੂੰ ਕਰਦਾ ਹੈ। ਇਸ ਲਈ ਉਹ ਕੋਠੜੀ ਦੇ ਅੰਦਰ ਚਲਾ ਜਾਂਦਾ ਹੈ। ਉਸ ਸਮੇਂ ਰੌਣਕੀ ਇੱਟਾਂ ਦੇ ਚੁੱਲ੍ਹੇ ਉੱਤੇ ਚਾਹ ਬਣਾ ਰਿਹਾ ਸੀ। ਓਕੇ ਬੇਟਾ, ਪਹਿਲਾਂ ਅਸੀਂ ਇੱਥੇ ਤੱਕ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ ਅਤੇ ਹੁਣ ਨੈਕਸਟ ਅਸੀਂ ਪੇਜ ਨੰਬਰ 93 ਤੋਂ ਰੀਡਿੰਗ ਸ਼ੁਰੂ ਕਰਨੀ ਹੈ। ਪਰ ਸਭ ਤੋਂ ਪਹਿਲਾਂ ਅਸੀਂ ਇਸ ਪੇਜ ਦੇ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ, ਠੀਕ ਹੈ। ਫਸਟ ਵਰਡ ਹੈ ਸੈਨਤ ਕਰਕੇ, ਇਸ਼ਾਰਾ ਕਰਕੇ। ਤਰਬਕਿਆ, ਡਰ ਗਿਆ। ਬੇਪਰਵਾਹੀ, ਲਾਪਰਵਾਹੀ। ਬਛੋੜੀ, ਇਸ ਦਾ ਅਰਥ ਹੈ ਵਿਛੋੜੀ। ਅੱਖਾਂ ਮੁੜ ਸਿੱਲੀਆਂ ਹੋ ਗਈਆਂ, ਅੱਖਾਂ ਭਰ ਆਈਆਂ। ਨੈਕਸਟ ਦੇਖੋ, ਸਲਾਬੀਆਂ ਅੱਖਾਂ, ਇਸ ਦਾ ਅਰਥ ਹੈ ਭਰੀਆਂ ਹੋਈਆਂ ਅੱਖਾਂ, ਠੀਕ ਹੈ, ਅੱਖਾਂ ਵਿੱਚ ਹੰਝੂ ਹੋਣੇ। ਨੈਕਸਟ ਹੈ ਦੁਚਿੱਤੀ, ਸਸ਼ੋਪੰਜ, ਵਹਿਣਾ, ਇਸ ਦਾ ਅਰਥ ਹੈ ਸੋਚਾਂ। ਮਾਰੂ ਚਾਹ, ਮਾਰੂ ਚਾਹ ਜੋ ਦੁੱਧ ਤੋਂ ਬਿਨਾਂ ਚਾਹ ਹੋਵੇ, ਠੀਕ ਹੈ। ਇਸ ਤੋਂ ਬਾਅਦ ਅਸੀਂ ਪੇਜ ਨੰਬਰ 93 ਦੀ ਰੀਡਿੰਗ ਸ਼ੁਰੂ ਕਰਾਂਗੇ। ਰਾਤ ਰੌਣਕਾ ਉਹ ਸਾਹਮਣੇ ਸ਼ਤੀਰ ਨਾਲ ਲਮਕਾਇਆ ਸੀ ਤੈਨੂੰ ਸੰਤੋ ਨੇ। ਜਗਸੀਰ ਨੇ ਧੂਏਂ ਵਿੱਚੋਂ ਦੀ ਤੱਕ ਨਾਲ ਹੀ ਸੈਨਤ ਕਰਕੇ ਰੌਣਕੀ ਦੇ ਕੋਲ ਬਹਿੰਦਿਆਂ ਆਖਿਆ। ਰੌਣਕੀ ਰਤਾ ਕੋ ਤਰਬਕਿਆ ਤੇ ਫਿਰ ਧੂਏਂ ਨਾਲ ਭਰੀਆਂ ਅੱਖਾਂ ਨੂੰ ਮਲਦਿਆਂ ਬੋਲਿਆ, ਚਾਹੇ ਕਾਸੇ ਨਾਲ ਲਮਕਾ ਲੇ, ਉਹਦੀ ਮਰਜ਼ੀ ਹੈ। 2-2.5 ਵਰੇ ਹੋ ਚੱਲੇ, ਹਰ ਵੇਲੇ ਹੀ ਲਮਕਾਈ ਰੱਖਦੀ ਹੈ। ਜੇ ਸੁਪਨੇ 'ਚ ਲਮਕਾ ਲਿਆ ਤਾਂ ਕੀ ਫਰਕ ਪੈਂਦਾ ਹੈ। ਰੌਣਕੀ ਦੇ ਬੋਲ ਦੀ ਬੇਪਰਵਾਹੀ ਵਿੱਚ ਵੀ ਜਗਸੀਰ ਨੂੰ ਸੰਤੋ ਦੇ ਮੋਹ ਦਾ ਅਜਿਹਾ ਰਲਾ ਮਹਿਸੂਸ ਹੋਇਆ ਜਿਸ ਨਾਲ ਉਹਨੂੰ ਤਸੱਲੀ ਹੋ ਗਈ ਕਿ ਰੌਣਕੀ ਸੰਤੋ ਨੂੰ ਮਰਨ ਵੇਲੇ ਤਾਈਂ ਵੀ ਨਹੀਂ ਭੁੱਲ ਸਕੇਗਾ, ਠੀਕ ਹੈ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਰੌਣਕੀ ਦੀ ਕੋਠੜੀ ਆਉਂਦਾ ਹੈ ਤਾਂ ਉਸ ਸਮੇਂ ਉਹ ਰੌਣਕੀ ਨੂੰ ਉਸ ਦੀ ਕੋਠੜੀ ਦੇ ਸ਼ਤੀਰ ਵੱਲ ਇਸ਼ਾਰਾ ਕਰਦੇ ਹੋਏ ਆਖਦਾ ਹੈ ਕਿ ਸੰਤੋ ਨੇ ਉਸ ਨੂੰ ਉਸ ਦੇ ਸੁਪਨੇ ਵਿੱਚ ਉਸ ਸ਼ਤੀਰ ਦੇ ਨਾਲ ਲਮਕਾਇਆ ਸੀ। ਪਹਿਲਾਂ ਤਾਂ ਰੌਣਕੀ ਥੋੜ੍ਹਾ ਡਰ ਜਿਹਾ ਜਾਂਦਾ ਹੈ, ਪਰ ਫਿਰ ਆਪਣੀਆਂ ਅੱਖਾਂ ਨੂੰ ਮਲਦਿਆਂ ਹੋਇਆਂ ਬੋਲਦਾ ਹੈ ਕਿ ਭਾਵੇਂ ਸੰਤੋ ਉਸ ਨੂੰ ਕਿਸੇ ਚੀਜ਼ ਨਾਲ ਵੀ ਲਮਕਾ ਲਵੇ, ਠੀਕ ਹੈ, ਉਸ ਦੀ ਮਰਜ਼ੀ ਹੈ, ਕਿਉਂਕਿ ਉਸ ਦੀ ਪਤਨੀ ਸੰਤੋ ਜੋ ਉਸ ਨੂੰ 2-2.5 ਵਰੇ ਹੋ ਚੱਲਿਆਂ ਛੱਡ ਕੇ ਚਲੀ ਗਈ ਹੈ, ਪਰ ਅਜੇ ਤੱਕ ਉਸ ਦੇ ਦਿਲ ਵਿੱਚੋਂ ਨਹੀਂ ਨਿਕਲੀ, ਠੀਕ ਹੈ। ਜਦੋਂ ਜਗਸੀਰ ਰੌਣਕੀ ਦੇ ਬੋਲ ਦੀ ਬੇਪਰਵਾਹੀ ਸੁਣਦਾ ਹੈ, ਪਰ ਉਸਨੂੰ ਇਹ ਮਹਿਸੂਸ ਹੁੰਦਾ ਹੈ ਕਿ ਰੌਣਕੀ ਅਜੇ ਤੱਕ ਸੰਤੋ ਨੂੰ ਆਪਣੇ ਮਨ ਵਿੱਚੋਂ, ਆਪਣੇ ਦਿਲ ਵਿੱਚੋਂ ਨਹੀਂ ਭੁਲਾ ਸਕਿਆ ਤੇ ਉਸ ਨੂੰ ਲੱਗਦਾ ਹੈ ਕਿ ਰੌਣਕੀ
ਸੰਤੋ ਨੂੰ ਆਪਣੇ ਅੰਤਿਮ ਸਮੇਂ ਤੱਕ ਨਹੀਂ ਭੁਲਾ ਸਕੇਗਾ। ਠੀਕ ਹੈ। ਕਹੀ ਚੰਦਰੀ ਇਹ ਹੋ ਗਈ ਹੈ ਜੂਨ ਬੇਲੀਆ, ਕੁਦਰਤ ਨੇ ਵਿਛੋੜੀ ਡਾਰੋਂ ਮੂਨ ਬੇਲੀਆ। ਹੁਣ ਇੱਥੇ ਵਰਡ ਬੇਟਾ ਬੱਬੇ ਨੂੰ ਹੋੜਾ ਪਾਇਆ ਸੀ ਬੋਲੀਆ, ਪਰ ਇੱਥੇ ਲਾਂ ਆਣੀ ਹੈ। ਠੀਕ ਹੈ। ਹੌਲੀ ਦੇਣੇ ਜਗਸੀਰ ਨੇ ਰਾਤ ਕਿਸੇ ਕਿੱਸੇ ਵਿੱਚੋਂ ਰੌਣਕੀ ਦਾ ਹੀ ਸੁਣਾਇਆ ਇੱਕ ਬੰਦ ਦੁਹਰਾਇਆ। ਨਾਲ ਦੀ ਨਾਲ ਰੌਣਕੀ ਦੀਆਂ ਧੂਏਂ ਕਰਕੇ ਗਿੱਲੀਆਂ ਹੋਈਆਂ ਅੱਖਾਂ ਅੱਗ ਦੇ ਚਾਨਣੇ ਲਿਸ਼ਕੀਆਂ। ਹਾਂ, ਰੌਣਕੀ ਨੇ ਆਪਣੇ ਹੀ ਰੌਂ ਵਿੱਚ ਆਖਿਆ, ਡਾਰੋਂ ਬਛੋੜੀ ਮੂਨ ਓਏ ਪਾਪੀਆ, ਕਾਹਨੂੰ ਬਛੋੜੀ ਮੂਨ। ਤੇ ਪਲ ਦਾ ਪਲ ਰੌਣਕੀ ਦਾ ਸਾਰਾ ਝੁਰੜੀਆਂ ਬੁਣਿਆ ਚਿਹਰਾ ਧੂਵੇਂ ਦੇ ਰੰਗ ਨਾਲੋਂ ਵੀ ਵਧੇਰੇ ਕਾਲਾ ਜਾਪਣ ਲੱਗ ਪਿਆ। ਉਹਦੀਆਂ ਅੱਖਾਂ ਮੁੜ ਸਿੱਲੀਆਂ ਹੋ ਗਈਆਂ ਤੇ ਉਹ ਦੋਹਾਂ ਹਥੇਲੀਆਂ ਨਾਲ ਉਹਨਾਂ ਨੂੰ ਮਲਣ ਲੱਗ ਪਿਆ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜੋ ਜਗਸੀਰ ਹੈ ਉਹ ਰੌਣਕੀ ਦੇ ਰਾਤ ਦੇ ਸਮੇਂ ਸੁਣਾਏ ਹੋਏ ਕਿੱਸੇ ਵਿੱਚੋਂ ਇੱਕ ਬੰਦ ਦੁਹਰਾਉਂਦਾ ਹੈ ਕਿ ਕਹੀ ਚੰਦਰੀ ਇਹ ਹੋ ਗਈ ਜੂਨ ਹੈ ਬੇਲੀਆ, ਕੁਦਰਤ ਨੇ ਵਿਛੋੜੀ ਡਾਰੋਂ ਮੂਨ ਏ ਬੇਲੀਆ। ਹੁਣ ਇੱਥੇ ਡਾਰ ਨਾਲੋਂ ਵਿਛੜੀ ਹੋਈ ਮੂਨ ਮਤਲਬ ਕਿ ਜੇਕਰ ਕੋਈ ਕੂੰਜ ਆਪਣੀ ਡਾਰ ਨਾਲੋਂ ਵਿਛੜ ਜਾਵੇ ਤਾਂ ਉਸਨੂੰ ਦੁੱਖ ਮਹਿਸੂਸ ਹੁੰਦਾ ਹੈ। ਹੁਣ ਇਹ ਗੱਲ ਜਗਸੀਰ ਕਿਉਂ ਆਖ ਰਿਹਾ ਹੈ? ਕਿਉਂਕਿ ਰੌਣਕੀ ਦੀ ਪਤਨੀ ਸੰਤੋ ਉਸ ਨੂੰ ਛੱਡ ਕੇ ਚਲੀ ਗਈ ਹੈ। ਠੀਕ ਹੈ। ਇਸ ਕਰਕੇ ਜਗਸੀਰ ਇਹ ਬੰਦ ਦੁਹਰਾ ਰਿਹਾ ਹੈ ਤੇ ਉਸੇ ਸਮੇਂ ਹੀ ਰੌਣਕੀ ਵੀ ਉਸ ਦੀ ਗੱਲ ਦਾ ਜਵਾਬ ਦੇ ਰਿਹਾ ਹੈ, ਆਪਣੇ ਰੌਂ ਵਿੱਚ ਆਖ ਰਿਹਾ ਹੈ ਕਿ ਡਾਰੋਂ ਬਛੋੜੀ ਮੂਨ ਓਏ ਪਾਪੀਆ, ਕਾਹਨੂੰ ਬਛੋੜੀ ਮੂਨ। ਹੁਣ ਇੱਥੇ ਰੌਣਕੀ ਰੱਬ ਨੂੰ ਜਿਵੇਂ ਉਲਾਮਾ ਜਿਹਾ ਦੇ ਰਿਹਾ ਹੈ ਕਿ ਡਾਰੋਂ ਬਛੋੜੀ ਮੂਨ ਓਏ ਪਾਪੀਆ, ਕਿ ਪਰਮਾਤਮਾ ਨੂੰ ਉਲਾਮਾ ਦਿੰਦੇ ਹੋਏ ਆਖ ਰਿਹਾ ਹੈ ਕਿ ਉਸਨੇ ਉਸ ਦੀ ਪਤਨੀ ਨਾਲੋਂ ਉਸ ਦਾ ਵਿਛੋੜਾ ਕਿਉਂ ਪਾਇਆ ਹੈ। ਤੇ ਇਸ ਤਰ੍ਹਾਂ ਉਹ ਸੰਤੋ ਨੂੰ ਜਿਵੇਂ ਯਾਦ ਕਰਦਿਆਂ ਹੋਇਆ ਉਸ ਦਾ ਜਿਹੜਾ ਝੁਰੜੀਆਂ ਬੁਣੀਆਂ ਚਿਹਰਾ ਸੀ ਉਹ ਹੋਰ ਵੀ ਕਾਲਾ ਜਿਹਾ ਲੱਗਣ ਲੱਗ ਪਿਆ ਸੀ ਤੇ ਉਸ ਦੀਆਂ ਅੱਖਾਂ ਭਰ ਆਈਆਂ ਸਨ। ਠੀਕ ਹੈ। ਨੈਕਸਟ ਦੇਖੋ, ਜਗਸੀਰ ਨੂੰ ਜਾਪਿਆ ਉਸ ਰੌਣਕੀ ਕੋਲ ਸੰਤੋ ਦੀ ਗੱਲ ਦੂਜੀ ਵਾਰ ਛੇੜ ਕੇ ਚੰਗਾ ਨਹੀਂ ਸੀ ਕੀਤਾ, ਇਸ ਕਰਕੇ ਉਹ ਮੁੜ ਕੁਝ ਨਾ ਬੋਲਿਆ। ਰੌਣਕੀ ਨੇ ਚੁੱਲ੍ਹੇ ਉੱਤੇ ਰੱਖੀ ਪਤੀਲੀ ਵਿੱਚ ਗੁੜ ਦਾ ਡਲਾ ਤੇ ਲੱਪ ਸਾਰੀ ਚਾਹ ਵੀ ਸੁੱਟ ਦਿੱਤੀ ਸੀ ਤੇ ਦਾਖੀ ਰੰਗ ਦਾ ਪਾਣੀ ਉਬਲ ਉਬਲ ਕੇ ਪਤੀਲੀ ਦੇ ਕੰਢਿਆਂ ਤੋਂ ਬਾਹਰ ਨਿਕਲਣ ਲੱਗ ਪਿਆ ਸੀ। ਰੌਣਕੀ ਨੇ ਕਿਸੇ ਦੇ ਘਰੋਂ ਮੰਗ ਕੇ ਲਿਆਂਦਾ ਦੁੱਧ ਉਲਟ ਦਿੱਤਾ ਤੇ ਉਬਲਦਾ ਗਾੜਾ ਪਾਣੀ ਇੱਕੋ ਵਾਰ ਥੱਲੇ ਬਹਿ ਗਿਆ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਗਸੀਰ ਜਦੋਂ ਰੌਣਕੀ ਦੀਆਂ ਅੱਖਾਂ ਭਰੀਆਂ ਹੋਈਆਂ ਵੇਖਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਨੇ ਸੰਤੋ ਦੀ ਗੱਲ ਦੁਬਾਰਾ ਛੇੜ ਕੇ ਚੰਗਾ ਨਹੀਂ ਕੀਤਾ। ਇਸ ਤੋਂ ਬਾਅਦ ਜਗਸੀਰ ਮੁੜ ਕੁਝ ਨਹੀਂ ਬੋਲਦਾ। ਠੀਕ ਹੈ। ਤੇ ਇਸ ਉਪਰੰਤ ਰੌਣਕੀ ਜੋ ਚਾਹ ਉਸਨੇ ਚੁੱਲ੍ਹੇ ਦੇ ਉੱਪਰ ਰੱਖੀ ਸੀ ਉਸ ਵਿੱਚ ਗੁੜ ਦਾ ਡਲਾ ਮਤਲਬ ਕਿ ਗੁੜ ਦਾ ਇੱਕ ਢੇਲਾ ਤੇ ਨਾਲ ਹੀ ਲੱਪ ਸਾਰੀ ਚਾਹ ਕੇ ਪੱਤੀ ਵੀ ਸੁੱਟ ਦਿੰਦਾ ਹੈ। ਠੀਕ ਹੈ। ਇਸ ਤੋਂ ਬਾਅਦ ਜਦੋਂ ਪਾਣੀ ਉਬਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਸਮੇਂ ਰੌਣਕੀ ਉਸ ਵਿੱਚ ਦੁੱਧ ਪਾ ਦਿੰਦਾ ਹੈ ਤੇ ਸਾਰੀ ਚਾਹ ਦਾ ਜੋ ਗਾੜਾ ਪਾਣੀ ਸੀ, ਉਬਲਦਾ ਹੋਇਆ ਗਾੜਾ ਪਾਣੀ, ਉਹ ਹੇਠਾਂ ਬੈਠ ਜਾਂਦਾ ਹੈ। ਠੀਕ ਹੈ। ਨੈਕਸਟ ਦੇਖੋ, ਜਦੋਂ ਜਗਸਿਆ ਬੰਦਾ ਇਉਂ ਚਾਹ ਆਂਗੂ ਰਿੱਝਦਾ ਹੋਵੇ ਨਾ ਤਾਂ ਤੀਵੀਂ ਕੱਚੇ ਦੁੱਧ ਆਂਗੂ ਉਹਦੇ ਵਿੱਚ ਰਲ ਕੇ ਥੱਲੇ ਬਹਾ ਦਿੰਦੀ ਹੈ। ਰੌਣਕੀ ਬੋਲਿਆ। ਜਗਸੀਰ ਨੇ ਉਹਦੇ ਮੂੰਹ ਵੱਲ ਵੇਖਿਆ ਤਾਂ ਉਹਦੀਆਂ ਸਲਾਬੀਆਂ ਅੱਖਾਂ ਫੂਸਦੀ, ਕਦੇ ਭੜਕਦੀ ਤੇ ਕਦੇ ਬੁੱਝ ਕੇ ਧੂਆਂ ਧਾਰ ਕਰਦੀ ਅੱਗ ਦੇ ਚਾਨਣ ਵਿੱਚ ਮੁੜ ਲਿਸ਼ਕ ਰਹੀਆਂ ਸਨ। ਰੌਣਕੀ ਦੇ ਚਿਹਰੇ ਦੇ ਇਹ ਤੁਰੰਤ ਪੈਰੇ ਬਦਲਦੇ ਪ੍ਰਭਾਵਾਂ ਨੇ ਜਗਸੀਰ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਸੀ। ਇੱਕੋ ਵੇਲੇ ਉਹਦੀ ਬੇਪਰਵਾਹੀ, ਗੰਭੀਰਤਾ ਤੇ ਦੁੱਖ ਨੇ ਰੌਣਕੀ ਨੂੰ ਬੜੇ ਓਪਰੇ ਵਹਿਣਾਂ ਵਿੱਚ ਪਾ ਦਿੱਤਾ ਲੱਗਦਾ ਸੀ। ਜੇ ਭਲਾ ਕਿਸੇ ਕੋਲ ਲਵੇਰਾ ਹੋਏ ਹੀ ਨਾ ਤਾਂ ਮਾਰੂ ਚਾਹ ਪੀਣੀ ਪਵੇ, ਜਗਸੀਰ ਨੇ ਮੁਸਕਰਾਉਂਦਿਆਂ ਆਖਿਆ। ਫਿਰ ਸਾਡੇ ਆਂਗੂ ਕਿਸੇ ਦੀ ਬੱਕਰੀ ਚੋ ਲਿਆਵੇ, ਦੁੱਧੋਂ ਬਿਨਾਂ ਚਾਹ ਦਾ ਕੀ ਪੀਣਾ ਹੈ। ਰੌਣਕੀ ਬੋਲਿਆ। ਮਾਰੂ ਚਾਹ ਤਾਂ ਜਗਸਿਆ ਬੰਦੇ ਦਾ ਪਿੱਤਾ ਹੀ ਸਾੜ ਦਿੰਦੀ ਹੈ, ਛੜੇ ਖਬਰੇ ਇਸੇ ਕਰਕੇ ਛੇਤੀ ਮਰ ਜਾਂਦੇ ਹੈ। ਉਹ ਮਾਰੂ ਚਾਹ ਆਂਗੂ ਸੁੱਕੇ ਹੀ। ਨੈਕਸਟ ਬੇਟਾ, ਇਸ ਪੈਰੇ ਦੀਆਂ 2 ਲਾਈਨਾਂ 94 ਪੇਜ 'ਤੇ ਨੇ। ਰਿੱਝਦੇ ਰਹਿੰਦੇ ਹੈ, ਉੱਤੋਂ ਦੁੱਧ ਪਵੇ ਤਾਂ ਰਿੱਝਣੋਂ ਹਟਣ, ਰਿੱਝੀ ਜਾਂਦੇ ਹੈ ਤੇ ਜਦੋਂ ਸੜ ਕੇ ਅੰਦਰ ਸੁੱਕ ਜਾਂਦਾ ਹੈ ਤਾਂ ਪਤੀਲੀ ਖਾਲੀ। ਹੁਣ ਦੇਖੋ ਬੇਟਾ, ਇੱਥੇ
ਰੌਣਕੀ ਤੇ ਜਗਸੀਰ ਦੀ ਵਾਰਤਾਲਾਪ ਰਾਹੀਂ ਇਹ ਦਰਸਾਇਆ ਹੈ ਕਿ ਆਦਮੀ ਦੀ ਜ਼ਿੰਦਗੀ ਵਿੱਚ ਔਰਤ ਦੀ ਅਹਿਮੀਅਤ ਬਹੁਤ ਹੈ, ਕਿ ਔਰਤ ਤੋਂ ਬਿਨਾਂ ਆਦਮੀ ਦੀ ਜ਼ਿੰਦਗੀ ਮਾਰੂ ਚਾਹ ਵਾਂਗ ਹੁੰਦੀ ਹੈ। ਠੀਕ ਹੈ, ਜਿਸ ਆਦਮੀ ਦੇ ਜੀਵਨ ਵਿੱਚ ਔਰਤ ਨਹੀਂ ਹੁੰਦੀ ਉਸ ਦਾ ਜੀਵਨ ਅਧੂਰਾ ਹੁੰਦਾ ਹੈ। ਠੀਕ, ਜਿਵੇਂ ਕਿ ਨਾਵਲ ਵਿੱਚ ਜਗਸੀਰ ਦਾ ਵਿਆਹ ਨਾ ਹੋਣ ਕਾਰਨ ਉਸ ਦੀ ਜ਼ਿੰਦਗੀ ਅਧੂਰੀ ਰਹਿੰਦੀ ਹੈ। ਤੇ ਹੁਣ ਇਸੇ ਤਰ੍ਹਾਂ ਹੀ ਜਿਵੇਂ ਰੌਣਕੀ ਦੀ ਪਤਨੀ ਸੰਤੋਸ਼ ਨੂੰ ਛੱਡ ਕੇ ਚਲੀ ਗਈ ਹੈ, ਉਸ ਦੇ ਲਈ ਵੀ ਆਪਣੀ ਜ਼ਿੰਦਗੀ ਬਤੀਤ ਕਰਨਾ ਬਹੁਤ ਔਖਾ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਪੇਜ ਨੰਬਰ 94 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਪੇਜ ਨੰਬਰ 94 ਦੇ ਵਰਡ ਮੀਨਿੰਗ ਡਿਸਕਸ ਕਰਾਂਗੇ। ਫਸਟ ਵਰਡ ਦੇਖੋ, ਵਿਸਰ ਗਿਆ, ਭੁੱਲ ਗਿਆ। ਨਿਗਾਹ ਮਾਰੀ, ਵੇਖਿਆ। ਪਟ ਪਟ ਹੋਈਆਂ ਕਣਕਾਂ, ਪਟ ਪਟ ਹੋਈਆਂ ਮਤਲਬ ਹਰੀਆਂ ਭਰੀਆਂ। ਠੀਕ ਹੈ, ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ, ਅੱਖਾਂ ਅੱਗੇ ਹਨੇਰਾ ਆਉਣਾ, ਘਬਰਾ ਜਾਣਾ। ਨੈਕਸਟ ਵਰਡ ਹੈ ਖੂੰਜਿਓ, ਖੂੰਜਿਓ ਨੁੱਕਰ ਤੋਂ। ਵਿਹੰਦੀਆਂ, ਇਸ ਦਾ ਅਰਥ ਹੈ ਵੇਖਦੀਆਂ। ਮੁਰੜਾਇਆ, ਮੁੜਿਆ। ਮੁੱਛੇ ਹੋਏ ਸਨ, ਖਾਧੇ ਹੋਏ ਸਨ। ਨੈਕਸਟ ਵਰਡ ਹੈ ਘਾਹ ਮੱਚ ਗਿਆ ਸੀ, ਘਾਹ ਸੁੱਕੀ ਠੰਡ ਨਾਲ ਮੱਚ ਗਿਆ ਸੀ, ਘਾਹ ਹੋਰ ਵੱਡਾ ਹੋ ਗਿਆ ਸੀ। ਝੁਲਸੇ, ਸੜੇ ਹੋਏ। ਕੋਝੀ, ਬੁਰੀ। ਇਸ ਤੋਂ ਬਾਅਦ ਅਸੀਂ ਪੇਜ ਨੰਬਰ 94 ਦੀ ਰੀਡਿੰਗ ਸ਼ੁਰੂ ਕਰਨੀ ਹੈ। ਪਹਿਲੀਆਂ ਦੋ ਲਾਈਨਾਂ ਅਸੀਂ ਪੇਜ ਨੰਬਰ 93 ਦੇ ਲਾਸਟ ਪੈਰੇ ਨਾਲ ਰੀਡ ਕਰ ਚੁੱਕੇ ਹਾਂ। ਠੀਕ ਹੈ, ਐਤਕੀ ਵੀ ਰੌਣਕੀ ਦਾ ਉਹ ਰਲਵੇਂ ਰੌਂ ਵਾਲਾ ਬੋਲ ਸੀ। ਜਗਸੀਰ ਫਿਰ ਦੁਚਿੱਤੀ ਵਿੱਚ ਪੈ ਗਿਆ ਤੇ ਅੱਗੋਂ ਹੂੰ ਕਹਿ ਕੇ ਸਿਰ ਹਿਲਾਣ ਮਗਰੋਂ ਚੁੱਪ ਕਰ ਗਿਆ। ਚਾਹ ਪੀ ਕੇ ਜਗਸੀਰ ਖੇਤ ਨੂੰ ਤੁਰ ਪਿਆ। ਚਾਹ ਦੇ ਨਾਲ ਉਸ ਇੱਕ ਮਾਵਾ ਅਫੀਮ ਵੀ ਖਾ ਲਿਆ। ਜਦੋਂ ਉਹ ਪਿੰਡੋਂ ਬਾਹਰ ਨਿਕਲਿਆ ਤਾਂ ਸੂਰਜ ਚੜ੍ਹ ਪਿਆ ਸੀ, ਕੁਝ ਧੁੱਪ ਦੇ ਨਿੱਘ ਕਰਕੇ ਤੇ ਕੁਝ ਅਫੀਮ ਤੇ ਚਾਹ ਦੇ ਅਮਲ ਕਰਕੇ ਉਹਦੇ ਹੱਥ ਪੈਰ ਕੁਝ ਨਿੱਘੇ ਨਿੱਘੇ ਹੋਣ ਲੱਗ ਪਏ ਸਨ। ਪਿੰਡੋਂ ਨਿਕਲਦਿਆਂ ਇੱਕ ਵਾਰ ਜਗਸੀਰ ਨੂੰ ਖਿਆਲ ਆਇਆ ਕਿ ਧਰਮ ਸਿੰਘ ਦੇ ਘਰੋਂ ਹੋ ਕੇ ਫਿਰ ਖੇਤ ਵੱਲ ਜਾਏ, ਪਰ ਆਪਣੇ ਖੇਤ ਵੇਖਣ ਦੀ ਉਹਦੇ ਚਿੱਤ ਨੂੰ ਇੰਨੀ ਲਾਲਸਾ ਸੀ ਕਿ ਦੂਜੇ ਪਲ ਸਭ ਕੁਝ ਵਿਸਰ ਗਿਆ। ਉਹ ਛੇਤੀ ਅੱਪੜਨ ਲਈ ਹੋਰ ਕਾਹਲੇ ਕਦਮ ਪੁੱਟਣ ਲੱਗ ਪਿਆ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਗਸੀਰ ਰੌਣਕੀ ਦੇ ਘਰ ਤੋਂ ਚਾਹ ਪੀ ਕੇ ਆਪਣੇ ਖੇਤ ਨੂੰ ਤੁਰ ਪੈਂਦਾ ਹੈ ਤੇ ਨਾਲ ਹੀ ਅਫੀਮ ਦਾ ਇੱਕ ਮਾਵਾ ਖਾ ਲੈਂਦਾ ਹੈ। ਜਦੋਂ ਉਹ ਪਿੰਡੋਂ ਬਾਹਰ ਨਿਕਲਦਾ ਹੈ ਤਾਂ ਕਾਫੀ ਸੂਰਜ ਚੜ੍ਹ ਆਇਆ ਸੀ, ਇਸ ਲਈ ਧੁੱਪ ਦੇ ਨਿੱਘ ਕਰਕੇ ਤੇ ਅਫੀਮ ਤੇ ਚਾਹ ਦੇ ਅਮਲ ਕਰਕੇ ਉਸ ਨੂੰ ਆਪਣੇ ਹੱਥ ਪੈਰ ਨਿੱਘੇ ਨਿੱਘੇ ਹੋਏ ਮਹਿਸੂਸ ਹੁੰਦੇ ਹਨ। ਠੀਕ ਹੈ, ਜਦੋਂ ਉਹ ਪਿੰਡ ਤੋਂ ਨਿਕਲ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਪਹਿਲਾਂ ਇਹ ਖਿਆਲ ਆਉਂਦਾ ਹੈ ਕਿ ਉਹ ਇੱਕ ਵਾਰ ਧਰਮ ਸਿੰਘ ਦੇ ਘਰ ਹੋ ਆਵੇ, ਪਰ ਫਿਰ ਉਸ ਦੇ ਮਨ ਵਿੱਚ ਆਪਣੇ ਖੇਤਾਂ ਨੂੰ ਵੇਖਣ ਦੀ ਲਾਲਸਾ ਵਧੇਰੇ ਸੀ, ਇਸ ਲਈ ਉਹ ਧਰਮ ਸਿੰਘ ਦੇ ਘਰ ਨਹੀਂ ਜਾਂਦਾ ਬਲਕਿ ਆਪਣੇ ਖੇਤ ਪਹੁੰਚਣ ਲਈ ਕਾਹਲੀ ਕਾਹਲੀ ਕਦਮ ਪੁੱਟਣ ਲੱਗ ਪੈਂਦਾ ਹੈ। ਨੈਕਸਟ ਦੇਖੋ, ਖੇਤੋਂ 2-3 ਵਾਹਣ ਉਰੇ ਟਿੱਬੀ ਤੋਂ ਹੀ ਉਹਨੇ ਨਿਗਾਹ ਮਾਰੀ ਤਾਂ ਉਹਨੂੰ ਪਟ ਪਟ ਹੋਈਆਂ ਕਣਕਾਂ ਦੇ ਝੱਲ ਵਿੱਚੋਂ ਆਪਣੀ ਕਣਕ ਨਾ ਦਿਸੀ। ਪਹੀਂ ਲੰਘ ਕੇ ਉਹ ਖੇਤਾਂ ਵਾਲੀ ਡੰਡੀ ਪਿਆ ਤਾਂ ਮੁੜ ਫਿਰ ਉਹਨੇ ਖੜੋ ਕੇ ਨਿਗਾਹ ਮਾਰੀ। 2-2 ਗਿੱਠਾਂ ਪੀਲੇ ਪਏ ਕਣਕ ਦੇ ਬੂਟੇ ਵੇਖ ਕੇ ਉਹਦਾ ਦਿਲ ਇੱਕੋ ਵਾਰ ਜ਼ੋਰ ਦੀ ਧੜਕਿਆ ਤੇ ਫਿਰ ਜਿਵੇਂ ਬੰਦ ਹੋ ਗਿਆ। ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਸੀ। ਜੋ ਕੁਝ ਉਹਨੇ ਵੇਖਿਆ ਸੀ ਉਹਦੀ ਉਹਨੂੰ ਹੁਣ ਤਾਈਂ ਆਸ ਨਹੀਂ ਸੀ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਨੇ ਆਪਣੇ ਖੇਤ ਤੋਂ 2-3 ਵਾਹਣ ਪਿੱਛੇ ਹੀ ਪਟ ਪਟ ਹੋਈਆਂ ਕਣਕਾਂ ਦੇ ਵਿੱਚੋਂ ਨਿਗਾਹ ਮਾਰੀ ਤਾਂ ਉਸਨੂੰ ਆਪਣੀ ਕਣਕ ਨਾ ਦਿਸੀ। ਫਿਰ ਜਦੋਂ ਉਹ ਪਹੀ ਲੰਘ ਕੇ, ਪਹੀ ਮਤਲਬ ਕੱਚਾ ਰਸਤਾ, ਠੀਕ ਹੈ, ਪਏ ਨੂੰ ਲੰਘ ਕੇ ਤੇ ਖੇਤਾਂ ਵਾਲੀ ਡੰਡੀ ਪਿਆ ਤਾਂ ਉਸਨੇ ਫਿਰ ਖੜੇ ਹੋ ਕੇ ਆਪਣੀ ਕਣਕ ਵੱਲ ਨਜ਼ਰ ਮਾਰੀ ਤੇ ਉਸਨੇ ਵੇਖਿਆ ਕਿ ਉਸਦੀ ਕਣਕ ਦੇ ਬੂਟੇ ਪੀਲੇ ਪੈ ਚੁੱਕੇ ਸਨ। ਇਹ ਵੇਖ ਕੇ ਉਸ ਦਾ ਦਿਲ ਜ਼ੋਰ ਦੀ ਧੜਕਦਾ ਹੈ ਤੇ ਉਸ ਨੂੰ ਜਿਵੇਂ ਘਬਰਾਹਟ ਹੋਣ ਲੱਗ ਪੈਂਦੀ ਹੈ, ਕਿਉਂਕਿ ਉਸਨੇ ਸੋਚਿਆ ਨਹੀਂ ਸੀ ਕਿ ਉਸਦੀ ਕਣਕ ਇਸ ਤਰ੍ਹਾਂ ਖਰਾਬ ਹੋ ਜਾਵੇਗੀ। ਨੈਕਸਟ ਦੇਖੋ, ਖੇਤ ਦੇ ਕੋਲ ਜਾ ਕੇ ਉਹ ਉਰਲੀ ਟਿੱਬੀ ਉੱਤੇ ਜਿੱਥੇ ਉਹਦੇ ਰਾਤ ਨੂੰ ਕਾਲਾ ਨਾਗ ਉਹਦੇ ਉੱਤੋਂ ਦੀ ਲੰਘ ਕੇ ਖੇਡਦਾ ਫਿਰਿਆ ਸੀ, ਉਹ ਕਸੀਏ ਦੇ ਦਸਤੇ ਉੱਤੇ ਭਾਰ ਦੇ ਕੇ ਬਹਿ ਗਿਆ ਤੇ ਹੌਲੀ ਹੌਲੀ
ਉਹਦੀਆਂ ਮਰਨਾਊ ਅੱਖਾਂ ਆਪਣੇ ਖੇਤ ਦੇ ਇੱਕ ਖੂੰਜਿਓਂ ਦੂਜੇ ਤਾਈਂ ਇੰਜ ਇੱਕ ਇੱਕ ਬੂਟੇ ਨੂੰ ਵੇਖਦੀਆਂ ਰਹੀਆਂ ਜਿਵੇਂ ਹਰੇਕ ਦਾ ਮੁਰੜਾਇਆ ਪੀਲਾ ਪਿਆ ਜਾਂ ਮੁੱਛਿਆ ਪੱਤਾ ਉਹਨਾਂ ਵਿੱਚ ਰੜਕਦਾ ਹੋਵੇ। ਥਾਂ ਥਾਂ ਉੱਤੋਂ ਬੂਟੇ ਪਸ਼ੂਆਂ ਨੇ ਮੁੱਛੇ ਹੋਏ ਸਨ ਤੇ ਧੁਰ ਤੱਕ ਸਾਰੇ ਕਿਆਰੇ ਇੰਜ ਹੋਏ ਸਨ ਜਿਵੇਂ ਕੋਹੜੀ ਦਾ ਸਰੀਰ ਫਿਟਿਆ ਹੋਵੇ। ਸਾਰਾ ਖੇਤ ਰੋੜ ਵਾਂਗ ਪੱਥਰ ਹੋਇਆ ਪਿਆ ਸੀ। ਨਾ ਕਿਸੇ ਨੇ ਪਾਣੀ ਲਾਇਆ ਸੀ, ਨਾ ਗੋਡੀ ਕੀਤੀ ਸੀ। ਵੱਟਾਂ ਉੱਤੇ ਖੜੋਤਾ ਘਾਹ ਵੀ ਸੁੱਕੀ ਠੰਡ ਨਾਲ ਮੱਚ ਗਿਆ ਸੀ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਆਪਣੀ ਕਣਕ ਦੀ ਅਜਿਹੀ ਮੰਦੀ ਹਾਲਤ ਵੇਖਦਾ ਹੈ ਤਾਂ ਉਸ ਸਮੇਂ ਉਹ ਉੱਥੇ ਹੀ ਬੈਠ ਜਾਂਦਾ ਹੈ। ਤਾਂ ਉਸ ਦੀਆਂ ਅੱਖਾਂ ਆਪਣੇ ਖੇਤ ਦੇ ਇੱਕ ਨੁੱਕਰ ਤੋਂ ਲੈ ਕੇ ਦੂਜੇ ਤੱਕ ਇੱਕ ਇੱਕ ਬੂਟੇ ਨੂੰ ਇਸ ਤਰ੍ਹਾਂ ਵੇਖ ਰਹੀਆਂ ਸਨ ਕਿ ਜਿਵੇਂ ਉਹ ਜੋ ਮੁਰਝਾਏ ਹੋਏ ਪੱਤੇ ਸਨ ਉਸ ਦੀਆਂ ਅੱਖਾਂ ਵਿੱਚ ਰੜਕ ਰਹੇ ਹੋਣ। ਠੀਕ ਹੈ, ਕਿਉਂਕਿ ਕਣਕ ਦੇ ਬੂਟੇ ਪਸ਼ੂਆਂ ਨੇ ਖਾਧੇ ਹੋਏ ਸਨ, ਮੁੱਛੇ ਮਤਲਬ ਖਾਧੇ ਹੋਏ ਸਨ, ਤੇ ਸਾਰਾ ਕਿਆਰਾ ਇੰਜ ਸੀ ਜਿਵੇਂ ਕਿਸੇ ਕੋੜ ਪਏ ਹੋਏ ਇਨਸਾਨ ਦਾ ਸਰੀਰ, ਠੀਕ ਹੈ, ਥਾਂ ਥਾਂ ਤੋਂ ਫਿੱਟਿਆ ਹੁੰਦਾ ਹੈ, ਕੋੜ ਪਿਆ ਹੋਵੇ। ਉਸੇ ਤਰ੍ਹਾਂ ਹੀ ਉਸਨੂੰ ਆਪਣੀ ਕਣਕ ਵੀ ਲੱਗ ਰਹੀ ਸੀ, ਕਿਉਂਕਿ ਉਸ ਦੇ ਖੇਤ ਨੂੰ ਨਾ ਤੇ ਕਿਸੇ ਨੇ ਪਾਣੀ ਲਗਾਇਆ ਸੀ ਅਤੇ ਨਾ ਹੀ ਗੋਡੀ ਕੀਤੀ ਸੀ। ਇੱਥੋਂ ਤੱਕ ਕਿ ਜੋ ਵੱਟਾਂ ਉੱਤੇ ਘਾਹ ਸੀ, ਠੀਕ ਹੈ, ਉਹ ਵੀ ਸੁੱਕੀ ਠੰਡ ਦੇ ਕਾਰਨ ਹੋਰ ਜ਼ਿਆਦਾ ਵੱਧ ਗਿਆ ਸੀ। ਨੈਕਸਟ ਦੇਖੋ, ਜਗਸੀਰ ਨੇ ਜਦੋਂ ਨਿਗਾਹ ਪਾਸੇ ਫੇਰੀ ਤਾਂ ਨਾਲ ਦੇ ਖੇਤ ਵਿੱਚ ਹਰੀਆਂ ਕਚੂਰ ਕਣਕਾਂ ਦਾ ਝੱਲ ਵੇਖ ਕੇ ਉਹਦੀਆਂ ਅੱਖਾਂ ਵਿੱਚ ਇਹਨਾਂ ਲੰਮੀਆਂ ਕਣਕਾਂ ਦੇ ਪੱਤਿਆਂ ਦੀਆਂ ਨੋਕਾਂ ਆਪਣੀ ਕਣਕ ਦੇ ਝੁਲਸੇ ਬੂਟਿਆਂ ਨਾਲੋਂ ਵੀ ਵਧੇਰੇ ਚੋਭ ਮਾਰਨ ਲੱਗ ਪਈਆਂ ਤੇ ਉਹ ਹੋਰ ਵਧੇਰੇ ਚਿਰ ਉਧਰ ਨਾ ਝਾਕ ਸਕਿਆ। ਫਿਰ ਜਦੋਂ ਉਧਰੋਂ ਨਿਗਾਹ ਹਟਾ ਕੇ ਨੀਵੀਂ ਪਾਉਣ ਲੱਗਿਆ ਤਾਂ ਉਹਨੂੰ ਇੱਕ ਡੂੰਘਾ ਟੋਆ ਦਿਸਿਆ। ਟੋਆ ਜਿਵੇਂ ਧਰਤੀ ਦੀ ਅੱਖ ਫੁੱਟ ਗਈ ਹੋਵੇ। ਇਸ ਦੇ ਪਾਸਿਆਂ 'ਤੇ ਪਈ ਮਿੱਟੀ ਚਿਮਣੀਆਂ ਸੱਖਣੀਆਂ ਗੰਨੀਆਂ ਵਾਂਗ ਇਸ ਸੱਖਣੇ ਡੂੰਘ ਦੇ ਪਾਸੀ ਬੜੀ ਕੋਝੀ ਲੱਗਦੀ ਸੀ। ਜਗਸੀਰ ਤੋਂ ਇਹ ਟੋਆ ਵੀ ਨਾ ਵੇਖਿਆ ਗਿਆ। ਉਹ ਕਸੀਆ ਲੈ ਕੇ ਉੱਠ ਖੜੋਤਾ ਤੇ ਟੋਏ ਦੇ ਨੇੜੇ ਜਾ ਕੇ ਪਾਸੀ ਪਈ ਮਿੱਟੀ ਉਹਦੇ ਵਿੱਚ ਸੁੱਟਣ ਲੱਗ ਪਿਆ। ਹੁਣ ਦੇਖੋ ਬੇਟਾ, ਜਦੋਂ ਜਗਸੀਰ ਆਪਣੇ ਖੇਤ ਵੱਲੋਂ ਨਜ਼ਰ ਹਟਾ ਕੇ ਹਰੀਆਂ ਭਰੀਆਂ ਕਣਕਾਂ ਵੱਲ ਵੇਖਦਾ ਹੈ ਤਾਂ ਉਸ ਸਮੇਂ ਉਹ ਉਹਨਾਂ ਕਣਕਾਂ ਵੱਲ ਜ਼ਿਆਦਾ ਦੇਰ ਤੱਕ ਨਹੀਂ ਝਾਕ ਸਕਿਆ। ਠੀਕ ਹੈ, ਤੇ ਉਸ ਪਾਸੇ ਤੋਂ ਆਪਣੀ ਨਿਗਾਹ ਹਟਾ ਕੇ ਜਦੋਂ ਨੀਵੀਂ ਪਾਉਂਦਾ ਹੈ ਤਾਂ ਉਸਨੂੰ ਇੱਕ ਟੋਇਆ ਦਿਸਦਾ ਹੈ। ਹੁਣ ਇਹ ਟੋਇਆ ਕਿਹੜਾ ਸੀ? ਜਿੱਥੇ ਕਿ ਉਸਦੀ ਟਾਹਲੀ ਪੁੱਟੀ ਗਈ ਸੀ। ਠੀਕ ਹੈ, ਤਾਂ ਉਸ ਨੂੰ ਇਹ ਟੋਆ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਧਰਤੀ ਦੀ ਅੱਖ ਫੁੱਟੀ ਹੋਵੇ, ਤੇ ਜੋ ਉਸ ਟੋਏ ਦੇ ਆਸੇ-ਪਾਸੇ ਮਿੱਟੀ ਪਈ ਸੀ ਉਹ ਵੀ ਉਸ ਨੂੰ ਬਹੁਤ ਹੀ ਬੁਰੀ ਲੱਗਦੀ ਹੈ। ਇਸ ਲਈ ਉਹ ਆਪਣਾ ਕਸੀਆ ਚੁੱਕਦਾ ਹੈ ਤੇ ਟੋਏ ਦੇ ਕੋਲ ਜਾ ਕੇ ਉਹ ਆਲੇ ਦੁਆਲੇ ਜੋ ਮਿੱਟੀ ਪਈ ਸੀ ਉਸ ਨੂੰ ਉਸ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਪੇਜ ਨੰਬਰ 95 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ। ਫਸਟ ਵਰਡ ਆ ਗਿਆ ਡਲੇ, ਮਿੱਟੀ ਦੇ ਢੇਲੇ। ਨਿਗਾਹ ਮਾਰੀ, ਵੇਖਿਆ। ਖੋ ਪੈਣ ਲੱਗ ਪਈ, ਭੁੱਖ ਲੱਗਣਾ। ਲੱਤਾਂ ਵਿੱਚੋਂ ਸਾਹ ਸੱਤ ਉੱਕਾ ਮੁੱਕ ਗਿਆ, ਸੱਤਿਆਹੀਨ ਹੋ ਗਿਆ, ਜਿਵੇਂ ਜਾਨ ਹੀ ਨਿਕਲ ਜਾਣੀ। ਠੀਕ ਹੈ, ਲੜ, ਪੱਲਾ। ਢਿੱਲੀ ਤੋਰ, ਹੌਲੀ ਚਾਲ ਚੱਲਣਾ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਪੇਜ ਨੰਬਰ 95 ਦੀ ਰੀਡਿੰਗ ਸ਼ੁਰੂ ਕਰਾਂਗੇ। ਜੋ ਫਸਟ ਪੈਰਾ ਹੈ ਉਸ ਦੀ ਇੱਕ ਲਾਈਨ 94 ਪੇਜ 'ਤੇ ਹੈ। ਇਸ ਪਿੱਛੋਂ ਰੋਟੀ ਵੇਲੇ ਤਾਈਂ ਬਿਨਾਂ ਸਿਰ ਉਤਾਂ ਚੁੱਕਿਆਂ ਟੋਆ ਭਰਨ ਲੱਗਿਆ ਰਿਹਾ, ਪਰ ਉਹ ਜਿਵੇਂ ਭਰਦਾ ਨਹੀਂ ਸੀ। ਉਹਦੇ ਟੁੰਡ ਵਰਗੇ ਕਸੀਏ ਨਾਲ ਬੁੱਕਕ ਮਿੱਟੀ ਵੀ ਨਹੀਂ ਸੀ ਪੈਂਦੀ। ਜਗਸੀਰ ਨੇ ਇੰਨੇ ਨਿੱਕੇ ਕੰਮ 'ਤੇ ਕਦੇ ਇੰਨਾ ਚਿਰ ਨਹੀਂ ਸੀ ਲਾਇਆ। ਹਮੇਸ਼ਾ ਉਹਨੂੰ ਕਿਸੇ ਕੰਮ ਉੱਤੇ ਲੋੜੋਂ ਵੱਧ ਲੱਗਿਆ ਸਮਾਂ ਅਕਾ ਦਿੰਦਾ ਸੀ, ਪਰ ਅੱਜ ਇਹ ਅਕੇਵਾਂ ਵੀ ਉਹਨੂੰ ਨਹੀਂ ਸੀ ਹੋ ਰਿਹਾ। ਜਦੋਂ ਉਸ ਟੋਆ ਭਰ ਵੀ ਲਿਆ ਤਾਂ ਵੀ ਉਹ ਉੱਥੇ ਬੈਠਾ ਮੋਟੇ ਡਲੇ ਭੰਨ ਭੰਨ ਕੇ ਬਰਾਬਰ ਕਰਦਾ ਰਿਹਾ, ਤੇ ਜਦੋਂ ਸਾਰਾ ਥਾਂ ਪੱਧਰਾ ਕਰਕੇ ਉੱਥੋਂ ਉੱਠਿਆ ਤਾਂ ਸੂਰਜ ਸਿਖਰ ਆ ਗਿਆ ਸੀ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਗਸੀਰ ਉਸ ਟਾਹਲੀ ਵਾਲੇ ਟੋਏ ਨੂੰ ਕਾਫੀ ਸਮੇਂ ਤੱਕ ਭਰਦਾ ਰਹਿੰਦਾ ਹੈ, ਪਰ ਉਸ ਦੇ ਕਸੀਏ ਦੇ ਨਾਲ ਬੁੱਕਕ ਮਿੱਟੀ ਵੀ ਨਹੀਂ ਪੈਂਦੀ ਸੀ। ਠੀਕ ਹੈ, ਇਸ ਕਰਕੇ ਉਸ ਨੂੰ ਕਾਫੀ ਸਮਾਂ ਉੱਥੇ ਲੱਗ ਗਿਆ ਸੀ।
ਪਰ ਅੱਜ ਉਸ ਨੂੰ ਇਸ ਕੰਮ ਦੇ ਉੱਪਰ ਇੰਨਾ ਜ਼ਿਆਦਾ ਸਮਾਂ ਲੱਗਣ 'ਤੇ ਵੀ ਅਕੇਵਾਂ ਨਹੀਂ ਹੋ ਰਿਹਾ ਸੀ। ਠੀਕ ਹੈ। ਇਸ ਤੋਂ ਬਾਅਦ ਬੇਸ਼ੱਕ ਉਹ ਟੋਆ ਭਰ ਲੈਂਦਾ ਹੈ, ਪਰ ਫਿਰ ਉੱਥੇ ਜੋ ਮਿੱਟੀ ਦੇ ਵੱਡੇ ਵੱਡੇ ਢੇਲੇ ਸਨ ਉਹਨਾਂ ਨੂੰ ਭੰਨ ਭੰਨ ਕੇ ਬਰਾਬਰ ਕਰਦਾ ਰਹਿੰਦਾ ਹੈ, ਅਤੇ ਜਦੋਂ ਸਾਰਾ ਥਾਂ ਪੱਧਰਾ ਹੋ ਜਾਂਦਾ ਹੈ ਉਸ ਸਮੇਂ ਉੱਥੋਂ ਉੱਠਦਾ ਹੈ। ਠੀਕ ਹੈ। ਨੈਕਸਟ ਦੇਖੋ, ਜਗਸੀਰ ਨੇ ਉੱਠ ਕੇ ਦੂਰ ਤਾਈਂ ਨਿਗਾਹ ਮਾਰੀ। ਸੂਏ ਦੀ ਪਟੜੀ 'ਤੇ ਤੁਰੇ ਜਾਂਦੇ ਬੰਦਿਆਂ ਤੋਂ ਬਿਨਾਂ ਹੋਰ ਕੋਈ ਬੰਦਾ ਨਾ ਦਿਸਿਆ। ਕੁਝ ਚਿਰ ਖੜੋਤਾ ਉਹ ਇੰਜ ਚਾਰ ਚੁਫੇਰੇ ਝਾਕਦਾ ਰਿਹਾ ਤੇ ਫਿਰ ਕਸੀਆ ਮੋਢੇ 'ਤੇ ਧਰ ਕੇ ਟਿੱਬੀ ਵੱਲ ਤੁਰ ਪਿਆ। ਉਹਦੇ ਢਿੱਡ ਵਿੱਚ ਖੋਹ ਪੈਣ ਲੱਗ ਪਈ ਸੀ, ਪਿੱਠ ਵਿੱਚ ਬੜੀ ਪੀੜ ਹੁੰਦੀ ਸੀ ਤੇ ਲੱਤਾਂ ਵਿੱਚੋਂ ਸਾਹ ਸੱਤ ਉੱਕਾ ਮੁੱਕ ਗਿਆ ਲੱਗਦਾ ਸੀ। ਟਿੱਬੀ ਉੱਤੇ ਜਾ ਕੇ ਉਹ ਬਿੰਦਕ ਖੜੋਤਾ ਤੇ ਉੱਥੋਂ ਫੇਰ ਮੁੜ ਆਇਆ। ਟੋਏ ਦੇ ਆਸੀ ਪਾਸੀ ਪਾਲੇ ਨਾਲ ਝੁਲਸੇ ਨਿੱਕੇ ਨਿੱਕੇ ਬੂਟਿਆਂ ਵਿਚਕਾਰ ਉਹਨੂੰ ਕੋਈ ਚੀਜ਼ ਦਿਸ ਪਈ ਸੀ। ਉੱਥੇ ਆ ਕੇ ਉਹ ਬਹਿ ਗਿਆ ਤੇ ਇਹਨੂੰ ਆਪਣੀ ਪੱਗ ਦੇ ਲੜ ਖੋਲ੍ਹ ਕੇ ਉਹਦੇ ਵਿੱਚ ਚੁੱਗ ਚੁੱਗ ਕੇ ਪਾਉਣ ਲੱਗ ਪਿਆ। ਇਹ ਉਹਨਾਂ ਦੀ ਟਾਹਲੀ ਦੇ ਸੱਕ ਸਨ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਦੋਂ ਜਗਸੀਰ ਉਹ ਟਾਹਲੀ ਵਾਲੇ ਟੋਏ ਨੂੰ ਭਰ ਲੈਂਦਾ ਹੈ ਤਾਂ ਉੱਠ ਕੇ ਫਿਰ ਦੂਰ ਤੱਕ ਨਿਗਾਹ ਮਾਰਦਾ ਹੈ। ਸੂਏ ਦੀ ਪਟੜੀ 'ਤੇ ਜੋ ਬੰਦੇ ਤੁਰੇ ਜਾ ਰਹੇ ਸਨ ਉਹਨਾਂ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦਿੰਦਾ। ਕਾਫੀ ਸਮਾਂ ਖੜਾ ਉਹ ਉੱਥੇ ਇੱਧਰ ਉੱਧਰ ਵੇਖਦਾ ਰਹਿੰਦਾ ਹੈ ਤੇ ਫਿਰ ਆਪਣਾ ਕਸੀਆ ਮੋਢੇ 'ਤੇ ਰੱਖ ਕੇ ਟਿੱਬੀ ਵੱਲ ਨੂੰ ਤੁਰ ਪੈਂਦਾ ਹੈ। ਹੁਣ ਉਸ ਨੂੰ ਕਾਫੀ ਭੁੱਖ ਵੀ ਲੱਗੀ ਹੋਈ ਸੀ, ਉਸਦੇ ਪਿੱਠ ਵਿੱਚ ਵੀ ਦਰਦ ਹੋ ਰਹੀ ਸੀ ਤੇ ਇੱਥੋਂ ਤੱਕ ਕਿ ਉਸ ਦੀਆਂ ਲੱਤਾਂ ਵਿੱਚੋਂ ਜਿਵੇਂ ਜਾਨ ਹੀ ਨਹੀਂ ਰਹਿ ਗਈ ਸੀ। ਠੀਕ ਹੈ। ਟਿੱਬੀ ਉੱਤੇ ਜਾ ਕੇ ਉਹ ਥੋੜ੍ਹਾ ਸਮਾਂ ਖੜਾ ਰਹਿੰਦਾ ਹੈ, ਫਿਰ ਉੱਥੋਂ ਵਾਪਸ ਆ ਜਾਂਦਾ ਹੈ। ਕਿਉਂ ਵਾਪਸ ਆ ਜਾਂਦਾ ਹੈ? ਕਿਉਂਕਿ ਉਸ ਨੂੰ ਟੋਏ ਦੇ ਕੋਲ ਆਪਣੀ ਟਾਹਲੀ ਦੇ ਸੱਕ ਨਜ਼ਰ ਆ ਗਏ ਸਨ। ਇਸ ਲਈ ਆਪਣੀ ਪੱਗ ਦਾ ਲੜ ਖੋਲ੍ਹ ਕੇ ਟਾਹਲੀ ਦੇ ਜੋ ਸੱਕ ਸਨ ਉਹਨਾਂ ਨੂੰ ਉਸ ਲੜ ਵਿੱਚ ਬੰਨ੍ਹ ਲੈਂਦਾ ਹੈ। ਠੀਕ ਹੈ। ਨੈਕਸਟ ਦੇਖੋ, ਕੁਝ ਚਿਰ ਪਿੱਛੋਂ ਜਗਸੀਰ ਜਦੋਂ ਪਿੰਡ ਨੂੰ ਪਰਤ ਰਿਹਾ ਸੀ ਤਾਂ ਉਹਦੀ ਪੱਗ ਦੇ ਲੜ ਦੀ ਬਣਾ ਕੇ ਸਿਰ 'ਤੇ ਰੱਖੀ ਗੰਢ ਤੇ ਵਿੰਗੀ ਢਿੱਲੀ ਤੋਰ ਵੱਲ ਵੇਖ ਕੇ ਮੁਸਕਰਾਉਂਦਿਆਂ ਕੋਲੋਂ ਲੰਘਦੇ ਵਿਸਾਖੇ ਨੇ ਆਖਿਆ, ਕਿਵੇਂ ਠੁਰੀਏ ਲੱਗਿਆ ਜਾਣਾ ਹੈ? ਹਾਂ ਕੀ ਹੈ, ਜਿਵੇਂ ਕਰੇਲੇ ਤੋੜ ਕੇ ਲਿਆਇਆ ਹੁੰਨਾ ਤੜਕਣ ਨੂੰ। ਪਰ ਜਗਸੀਰ ਚੁੱਪ ਕੀਤਾ ਇੰਜ ਤੁਰਿਆ ਗਿਆ ਜਿਵੇਂ ਉਸ ਵਿਸਾਖੇ ਦੀ ਗੱਲ ਸੁਣੀ ਨਹੀਂ ਹੁੰਦੀ। ਸਾਲਾ ਚੜੰਮ ਕੇਰਾਂ ਹੀ ਵੱਡਾ ਰਾਣੀ ਖਾਂ ਦਾ ਪਤਿਆਰਾ ਬਣਿਆ ਜਾਂਦਾ ਹੈ। ਹਮ ਕਾਲੇ ਆਦਮੀ ਸੇ ਬਾਤ ਹੀ ਨਹੀਂ ਕਰਤੇ। ਬੁੜੀ ਦਾ ਮਰਨਾ ਕੀ ਕਰ ਲਿਆ, ਊਂ ਮਾਂ ਦੇ ਆਟੇ ਵਾਂਗੂ ਆਕੜ ਗਿਆ, ਗੱਲ ਹੀ ਨਹੀਂ ਕਰਦਾ। ਵਿਸਾਖੇ ਦੇ ਹੌਲੀ ਹੌਲੀ ਬੋਲੇ ਸ਼ਬਦ ਵੀ ਉਹਨੂੰ ਪਿੱਛੋਂ ਸੁਣਦੇ ਰਹੇ, ਪਰ ਉਹ ਫੇਰ ਵੀ ਕੁਝ ਨਾ ਬੋਲਿਆ। ਉਂਝ ਅੱਖਾਂ ਵਿੱਚ ਕਣਕ ਦੇ ਪੱਤਿਆਂ ਦੀਆਂ ਨੋਕਾਂ ਦੀ ਚੋਭ ਵਧੇਰੇ ਰੜਕਣ ਲੱਗ ਪਈ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਜਦੋਂ ਜਗਸੀਰ ਪਿੰਡ ਨੂੰ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਰਾਹ ਵਿੱਚ ਉਸ ਨੂੰ ਪਿੰਡ ਦਾ ਇੱਕ ਆਦਮੀ ਵਿਸਾਖਾ ਮਿਲਦਾ ਹੈ, ਜੋ ਕਿ ਉਸਦੇ ਸਿਰ ਦੇ ਉੱਪਰ ਸੱਕ ਦੀ ਬੰਨੀ ਹੋਈ ਗੰਢ ਵੇਖ ਕੇ ਤੇ ਉਸਦੀ ਢਿੱਲੀ ਹੋਈ ਤੋਰ ਵੇਖ ਕੇ ਉਸ ਨੂੰ ਮਜ਼ਾਕ ਕਰਦਾ ਹੈ ਕਿ ਕਿਵੇਂ ਠੁਰੀਏ ਲੱਗਿਆ ਜਾਂਦਾ ਹੈ, ਕਿ ਕਿਵੇਂ ਠੰਡ ਦੇ ਨਾਲ ਕੰਬਦਾ ਜਾ ਰਿਹਾ ਹੈ। ਅਤੇ ਨਾਲ ਹੀ ਉਸ ਨੂੰ ਪੁੱਛਦਾ ਹੈ ਕਿ ਉਸਨੇ ਪੱਗ ਦੇ ਲੜ ਵਿੱਚ ਕੀ ਬੰਨਿਆ ਹੋਇਆ ਹੈ, ਕਿ ਉਹ ਕਰੇਲੇ ਤੋੜ ਕੇ ਲਿਆਇਆ ਹੈ ਜੋ ਕਿ ਉਸਨੇ ਘਰ ਜਾ ਕੇ ਬਣਾਉਣੇ ਹਨ। ਪਰ ਜਗਸੀਰ ਚੁੱਪ ਕੀਤਾ ਤੁਰਿਆ ਜਾਂਦਾ ਹੈ ਅਤੇ ਵਿਸਾਖੇ ਦੀ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ। ਇਹ ਵੇਖ ਕੇ ਵਿਸਾਖਾ ਉਸ ਨੂੰ ਮੰਦੇ ਸ਼ਬਦ ਬੋਲਦਾ ਹੈ ਅਤੇ ਆਖਦਾ ਹੈ ਕਿ ਉਸਨੇ ਆਪਣੀ ਬੁੜੀ ਭਾਵ ਨੰਦੀ ਦਾ ਮਰਨਾ ਕੀ ਕਰ ਲਿਆ ਹੈ, ਉਹ ਤਾਂ ਊਂ ਹੀ ਮਾਂ ਦੇ ਆਟੇ ਵਾਂਗੂ ਆਕੜ ਗਿਆ ਹੈ ਕਿ ਉਸ ਵਿੱਚ ਹੁਣ ਬਹੁਤ ਹੈਂਕੜ ਆ ਗਈ ਹੈ, ਜੋ ਕਿ ਉਹ ਕਿਸੇ ਦੇ ਨਾਲ ਗੱਲ ਹੀ ਨਹੀਂ ਕਰ ਰਿਹਾ। ਕੌਣ ਨਹੀਂ ਗੱਲ ਕਰ ਰਿਹਾ? ਜਗਸੀਰ। ਠੀਕ ਹੈ। ਹੁਣ ਇਸ ਤਰ੍ਹਾਂ ਜਗਸੀਰ ਬੇਸ਼ੱਕ ਵਿਸਾਖੇ ਦੁਆਰਾ ਬੋਲੇ ਗਏ ਸ਼ਬਦ ਸੁਣ ਵੀ ਲੈਂਦਾ ਹੈ, ਪਰ ਫਿਰ ਵੀ ਉਹ ਮੂੰਹੋਂ ਕੁਝ ਨਹੀਂ ਬੋਲਦਾ। ਕਿਉਂ ਨਹੀਂ ਬੋਲਦਾ? ਕਿਉਂਕਿ ਉਸ ਦੇ ਮਨ ਵਿੱਚ ਅਜੇ ਵੀ ਆਪਣੇ ਖੇਤ ਵਿਚਲੀ ਕਣਕ ਦੇ ਵਿਚਾਰ ਹੀ ਆ ਰਹੇ ਸਨ। ਓਕੇ ਬੇਟਾ, ਇੱਥੇ ਤੱਕ ਸਾਡੀ ਕਾਂਡ ਨੰਬਰ 14 ਦੀ ਰੀਡਿੰਗ ਕੰਪਲੀਟ ਹੋ ਗਈ ਹੈ ਅਤੇ ਇਹ ਸਾਰਾ ਕਾਂਡ ਤੁਸੀਂ ਦੁਬਾਰਾ ਰਿਵਾਈਜ਼ ਕਰਨਾ ਹੈ। ਠੀਕ ਹੈ। ਓਕੇ ਬੇਟਾ, ਥੈਂਕ ਯੂ।